जना की बाछों तूर। सतगुਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਗੁਰਾਂ ਨੇ ਅਪਾਰ ਰਹਿਮਤ ਦੇ ਘਰ ਦੇ ਵਿੱਚ ਆ ਕੇ ਅੱਜ ਦਾ ਪਵਿੱਤਰ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਤੇ ਪਾਵਨ ਸਰੂਪ ਵਿੱਚ 723 ਅੰਗ ਤੇ ਸੁਭਾਇਮਾਨ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਿਆ ਹੋਇਆ ਅੱਜ ਦਾ ਪਵਿੱਤਰ ਹੁਕਮਨਾਮਾ ਜੋ ਸਤਿਗੁਰਾਂ ਨੇ ਰਾਗ ਤਿਲੰਗ ਵਿੱਚ ਉਚਾਰਨ ਕੀਤਾ ਹੈ, ਹਿਰਦੇ ਵਿੱਚ ਸ਼ਾਂਤ ਭਾਵ ਤੇ ਖੁਸ਼ੀ ਦੀ ਉਮੰਗ ਪੈਦਾ ਕਰਦਾ ਹੈ। ਜਿੱਥੇ ਸਤਿਗੁਰਾਂ ਨੇ ਹੁਕਮਨਾਮੇ ਨੂੰ ਰਾਗ ਤਿਲੰਗ ਵਿੱਚ ਉਚਾਰਨ ਦੀ ਹਿਦਾਇਤ ਬਖਸ਼ੀ ਹੈ, ਇੰਸਟਰਕਸ਼ਨਸ ਦਿੱਤੀਆਂ, ਉੱਥੇ ਹੀ ਸਤਿਗੁਰਾਂ ਨੇ ਐਡਵਾਈਜ਼ਰੀ ਤੌਰ 'ਤੇ ਸਾਨੂੰ ਬਖਸ਼ਿਸ਼ ਕੀਤਾ ਹੈ ਭਈ ਜੋੜੀ ਦੀ ਤਾਲ ਘਰ ਦੂਜੇ ਦੇ ਵਿੱਚ ਹੋਏ, ਤਾਂ ਕਿ ਸ਼ਬਦ ਦਾ ਜਿਹੜਾ ਸਾਰਾਂਸ਼ ਹੈ, ਸ਼ਬਦ ਦਾ ਭਾਵ ਹੈ, ਉਹ ਸਾਡੇ ਹਿਰਦੇ ਵਿੱਚ ਤੀਰ ਵਾਂਗ ਹਿਰਦੇ ਨੂੰ ਵਿੰਨ੍ਹਦਾ ਹੈ। ਰਾਗ ਦਾ ਭਾਵ ਹੈ ਹਿਰਦੇ ਨੂੰ ਇਕਾਗਰ ਕਰਨਾ, ਕਿਉਂਕਿ ਹਿਰਦਾ ਸਾਡਾ ਜਿਹੜਾ ਹੈ ਇੱਕ ਪਾਰੇ ਦੀ ਤਰ੍ਹਾਂ। ਪਾਰਾ ਤੁਸੀਂ ਦੇਖਿਆ ਹੋਣਾ, ਜਦੋਂ ਪਾਰਾ ਧਰਤੀ 'ਤੇ ਡਿੱਗੇ ਤੇ ਉਹਦੇ ਹਜ਼ਾਰਾਂ ਹੀ ਛੋਟੇ ਛੋਟੇ ਕਣ ਬਣ ਜਾਂਦੇ ਨੇ। ਐਸੇ ਤਰ੍ਹਾਂ ਸਾਡਾ ਮਨ ਥੋੜ੍ਹੀ ਜਿਹੀ ਕੋਈ ਗੱਲ ਕਰਦੇ, ਥੋੜ੍ਹੀ ਜਿਹੀ ਕੋਈ ਘਟਨਾ ਵਾਪਰ ਜਾਏ ਤੇ ਸਾਡਾ ਮਨ ਖੇਰੂ ਖੇਰੂ ਹੋ ਜਾਂਦਾ। ਸੋ ਰਾਗ ਦਾ ਕੰਮ ਹੈ ਮਨ ਨੂੰ ਇਕਾਗਰ ਕਰਨਾ, ਤਾਂ ਕਿ ਸ਼ਬਦ ਦੀ ਚੋਟ ਹਿਰਦੇ 'ਤੇ ਲੱਗ ਸਕੇ। ਸੋ ਗੁਰੂ ਮਹਾਰਾਜ ਫਰਮਾਨ ਕਰਦੇ ਹਨ, ਮੇਰੇ ਮਾਲਕਾ, ਤੇਰੇ ਵਰਗਾ ਮੈਂ ਕੋਈ ਹੋਰ ਦੇਖਿਆ ਹੀ ਨਹੀਂ, ਤੁਧ ਬਿਨ ਦੂਜਾ ਨਾ ਹੀ ਕੋਏ। ਦੂਜਾ ਭਾਵ ਇਹਦਾ ਵੀ ਜੋ ਮੈਂ ਦੇਖਦਾ ਉਹ ਤੇਰੇ ਬਗੈਰ ਕੁਛ ਹੈ ਹੀ ਨਹੀਂ, ਸਾਰਾ ਤੇਰਾ ਰੂਪ ਹੈ। ਤੂੰ ਕਰਤਾਰ ਕਰਹਿ ਸੋ ਹੋਏ। ਮੇਰੇ ਮਾਲਕਾ, ਜੋ ਤੁਹਾਡਾ ਹੁਕਮ ਹੁੰਦਾ ਨਾ ਉਹੀ ਹੁੰਦਾ। ਜੋ ਵੀ ਸੰਸਾਰ ਦੇ ਵਿੱਚ ਘਟਨਾ ਵਾਪਰਦੀ ਆ, ਜੋ ਕਿਸੇ ਦੇ ਜੀਵਨ ਦੇ ਵਿੱਚ ਵਾਪਰ ਰਿਹਾ, ਉਹ ਤੁਹਾਡੇ ਹੁਕਮ ਦੇ ਵਿੱਚ ਵਾਪਰ ਰਿਹਾ, ਕਿਉਂਕਿ ਤੁਸੀਂ ਕਰਤਾਰ ਹੋ। ਤੁਸੀਂ ਰਚਨਾ ਦੀ, ਸੰਸਾਰ ਦੀ ਰਚਨਾ ਕਰਕੇ ਇਹਨੂੰ ਹੁਕਮਬੱਧ ਕੀਤਾ। ਜੇ ਕੋਈ ਸਾਧ ਸੰਗਤ ਜੀ ਇੱਕ ਗੇਂਦ ਲੈ ਕੇ ਧਰਤੀ 'ਤੇ ਮਾਰੇ, ਇੱਕ ਕੁਦਰਤੀ ਅਸੂਲ ਹੈ ਵੀ ਉਹ ਗੇਂਦ ਧਰਤੀ 'ਤੇ ਲੱਗ ਕੇ ਫਿਰ ਵਾਪਸ ਆਏਗੀ ਉੱਪਰ। ਜੇ ਕੋਈ ਪਾਣੀ ਨੂੰ ਗਰਮ ਕਰੇ, ਉਹ ਪਾਣੀ ਗਰਮ ਹੋ ਕੇ 100 ਡਿਗਰੀ ਦੇ ਟੈਂਪਰੇਚਰ 'ਤੇ, ਤਾਪ 'ਤੇ ਉਸ ਦੇ ਵਿੱਚੋਂ ਭਾਪ ਨਿਕਲਦੀ ਹੈ। ਜੇ ਹੁਣ ਕੋਈ ਪੁੱਛੇ ਭਾਈ ਇਹਦੇ ਵਿੱਚੋਂ ਭਾਪ ਕਿਉਂ ਨਿਕਲਦੀ ਹੈ, ਤੇ ਪਾਣੀ ਸੀ, ਉਹਦਾ ਜਵਾਬ ਬੜਾ ਸਿੰਪਲ ਆ, ਸਧਾਰਨ ਆ ਤੇ ਸਿੱਧਾ, ਵੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਪਾਣੀ ਦੇ ਵਿੱਚੋਂ ਭਾਪ ਨਿਕਲਦੀ ਆ ਜਦੋਂ ਪਾਣੀ ਨੂੰ ਗਰਮ ਕੀਤਾ ਜਾਏ। ਨਹੀਂ, ਕਿਉਂ ਨਿਕਲਦੀ ਹੈ? ਕਿਉਂ ਦਾ ਜਵਾਬ ਇੱਕ ਆ, ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਭਾਪ ਨਿਕਲਦੀ ਹੈ, ਕਿਉਂਕਿ ਤੁਸੀਂ ਪਾਣੀ ਨੂੰ ਗਰਮ ਕੀਤਾ, 100 ਡਿਗਰੀ ਦਾ ਟੈਂਪਰੇਚਰ ਜਦੋਂ ਹੋਇਆ, ਉਹਦੇ 'ਚੋਂ ਭਾਪ ਨਿਕਲਣੀ ਸ਼ੁਰੂ ਹੋ ਗਈ। ਸੋ ਮੇਰੇ ਮਾਲਕਾ, ਸਾਰੀ ਕੁਦਰਤ ਨੂੰ ਬਣਾ ਕੇ ਤੁਸੀਂ ਕੁਦਰਤ ਨੂੰ ਅਸੂਲਾਂ ਦੇ ਬੱਧ ਕੀਤਾ, ਹੁਕਮਬੱਧ ਕੀਤਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਸੋ ਗੁਰੂ ਮਹਾਰਾਜ ਅੱਜ ਦੇ ਪਵਿੱਤਰ ਹੁਕਮਨਾਮੇ ਵਿੱਚ
ਸਾਡੇ ਹਿਰਦਿਆਂ ਵਿੱਚ ਉਹ ਵਿਸ਼ਵਾਸ ਭਰਦੇ ਨੇ ਭਈ ਵਾਹਿਗੁਰੂ ਦੇ ਹੁਕਮ ਦੇ ਵਿੱਚ ਸਭ ਕੁਝ ਹੋ ਰਿਹਾ। ਇਹਨੂੰ ਗੱਲ ਨੂੰ ਮੰਨੋ ਪਹਿਲੇ। ਜੇ ਬਾਕੀ ਦੇ ਹੁਕਮਨਾਮੇ ਦੀ ਸਮਝ ਲੈਣੀ ਆ ਜਾਂ ਸੋਝੀ ਲੈਣੀ ਆ ਤਾਂ ਪਹਿਲੇ ਇਹ ਗੱਲ ਨੂੰ ਮੰਨੋ ਵੀ ਕਰਤਾਰ ਤੋਂ ਵੱਡਾ ਹੋਰ ਕੋਈ ਨਹੀਂ। ਜੋ ਤੁਸੀਂ ਦੇਖਦੇ ਹੋ ਸਭ ਕਰਤਾਰ ਦਾ ਰੂਪ ਹੈ। ਜੇ ਇਹ ਗੱਲ ਤੇ ਭਰੋਸਾ ਨਹੀਂ ਤੇ ਆਪਣੇ ਟੀਵੀ ਬੰਦ ਕਰ ਦਿਓ, ਅੱਗੇ ਫਿਰ ਹੁਕਮਨਾਮਾ ਸੁਣਨ ਦੀ ਲੋੜ ਨਹੀਂ। ਤੇਰਾ ਜ਼ੋਰ ਤੇਰੀ ਮਨ ਟੇਕ। ਮੇਰੇ ਮਾਲਕਾ, ਮੈਂ ਆਪਣਾ ਜ਼ੋਰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਆਪਣੇ ਜ਼ੋਰ ਦੇ ਨਾਲ ਚੀਜ਼ਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਮੈਨੂੰ ਇਹ ਗੱਲ ਦੀ ਸਮਝ ਆਈ ਹੈ ਤੇਰੇ ਜ਼ੋਰ ਤੋਂ ਬਿਨਾਂ, ਤੇਰੇ ਹੁਕਮ ਤੋਂ ਬਿਨਾਂ, ਤੇਰੀ ਸ਼ਕਤੀ ਤੋਂ ਬਿਨਾਂ ਮੈਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਤਾਂ ਕਰਕੇ ਆਪਣੇ ਮਨ ਦੇ ਵਿੱਚ ਮੈਂ ਤੇਰੀ ਟੇਕ ਭਾਵ ਆਸਰਾ ਲਿਆ। ਕਈ ਵਾਰੀ ਸਾਧ ਸੰਗਤ ਜੀ ਸਾਡੇ ਮਨ 'ਚ ਵਿਚਾਰ ਆਉਂਦਾ ਵੀ ਜਿਹੜਾ ਮੈਨੂੰ ਗਿਆਨ ਹੋਇਆ, ਮੈਂ ਕਿੰਨੀਆਂ ਕਿਤਾਬਾਂ ਪੜ੍ਹੀਆਂ, ਮੈਂ ਕਿੰਨਾ ਸਮਾਂ ਕਥਾ ਸੁਣੀ ਆ, ਆਪਣੇ ਕਾਰ ਦੇ ਵਿੱਚ ਵੀ MP3 ਲਾ ਕੇ, ਕੈਸਟ ਲਾ ਕੇ ਬੜੇ ਬੜੇ ਵੱਡੇ ਕਥਾਕਾਰਾਂ ਦੀਆਂ ਕਥਾ ਸੁਣੀਆਂ, ਤਾਂ ਕਰਕੇ ਗਿਆਨ ਹੋਇਆ। ਇੱਕ ਭੁੱਲ ਆ। ਮਹਾਰਾਜ ਫਰਮਾਉਂਦੇ ਆ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ, ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਹੇ ਮਨੁੱਖਾ, ਤੇਰਾ ਜ਼ੋਰ ਨਹੀਂ ਭਈ ਤੂੰ ਗਿਆਨ ਦਾ ਵਿਚਾਰ ਕਰ ਸਕੇ, ਤੇਰੀ ਸੁਰਤ ਦੇ ਵਿੱਚ ਗਿਆਨ ਆ ਜਾਏ, ਇਹ ਤੇਰਾ ਜ਼ੋਰ ਨਹੀਂ। ਜ਼ੋਰ ਨਾ ਜੁਗਤੀ ਛੂਟਾ ਸੰਸਾਰ। ਤੇਰਾ ਕੋਈ ਜ਼ੋਰ ਨਹੀਂ ਵੀ ਤੂੰ ਸੰਸਾਰ ਦੇ ਵਿੱਚੋਂ ਛੁੱਟ ਜਾਏ, ਮਾਇਆ ਦੇ ਪ੍ਰਭਾਵ ਤੋਂ ਛੁੱਟ ਜਾਏ। ਇੱਕ ਸਿੰਘ ਸੀ, ਕਹਿੰਦਾ ਜੀ ਮੈਂ ਹੁਣ 70 ਸਾਲ ਦਾ ਹੋ ਗਿਆ, ਸਾਰੀ ਉਮਰ ਮੈਨੂੰ ਕਾਮ ਨੇ ਨਹੀਂ ਛੱਡਿਆ, ਪਰ ਹੁਣ 70 ਸਾਲ ਦੀ ਉਮਰ ਤੇ ਜਾ ਕੇ ਮੈਨੂੰ ਇੱਦਾਂ ਮਹਿਸੂਸ ਹੋਇਆ ਵੀ ਮੈਨੂੰ ਕਾਮ ਤੋਂ ਛੁਟਕਾਰਾ ਮਿਲ ਗਿਆ। ਉਹ ਤੇਰਾ ਜ਼ੋਰ ਹੈ ਕੋਈ? ਜੇ ਤੂੰ ਕਹਿੰਦਾ ਵੀ ਮੈਂ ਛੁਟਕਾਰਾ ਪਾਇਆ ਤੇ ਤੇਰੀ ਮੁਕਤੀ ਨਹੀਂ ਹੋਣੀ, ਤੂੰ ਫਿਰ ਜਨਮ ਦੇ ਵਿੱਚ ਆਏਗਾ, ਤੇਰਾ ਟੈਸਟ ਹੋ ਜਾਣਾ। ਕਿਉਂਕਿ 80 ਸਾਲ ਦੇ ਵੀ ਮੂੰਹ ਆਪਣਾ ਕਾਲਾ ਕਰਾ ਲੈਂਦੇ। ਹਮੇਸ਼ਾ ਉਸ ਵਾਹਿਗੁਰੂ ਤੇ ਭਰੋਸਾ ਹੋਏ। ਮਾਲਕਾ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਇਸ ਕਰਕੇ ਸਦਾ ਸਦਾ ਉਸ ਵਾਹਿਗੁਰੂ ਦਾ ਜਾਪ ਕਰ, ਭਾਵ ਚੇਤੇ ਰੱਖ ਜੋ ਤੇਰੇ ਜੀਵਨ 'ਚ ਵਰਤ ਰਿਹਾ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਵਰਤ ਰਿਹਾ। ਕਈ ਵਾਰੀ ਅਸੀਂ ਕਹਿੰਦੇ ਹਾਂ ਸਾਧ ਸੰਗਤ ਜੀ ਵੀ ਉਹ ਮਹਾਂਪੁਰਖ ਆਏ ਨੇ, ਉਹ ਬੜਾ ਚੜ੍ਹਦੀ ਕਲਾ ਵਾਲਾ ਗੁਰਮੁਖ ਪਿਆਰਾ, ਚਲੋ ਉਹਨੂੰ ਮਿਲੀਏ। ਪਰ ਮਾਏ ਕਹਿੰਦੇ ਵੀ ਗੁਰਮੁਖਾਂ ਦੀ ਸੰਗਤ ਕਰੋ, ਮਹਾਂਪੁਰਖਾਂ ਦੀ ਸੰਗਤ ਕਰੋ, ਤਾਂ ਕਿ ਵਾਹਿਗੁਰੂ ਤੇ ਭਰੋਸਾ ਬਣ ਜਾਏ, ਵਾਹਿਗੁਰੂ ਤੇ ਭਰੋਸਾ ਬਣ ਜਾਏ। ਮਹਾਰਾਜ ਕਹਿੰਦੇ ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਗਿਆਨ ਦੇਣ ਵਾਲਾ, ਰੋਜ਼ੀ ਦੇਣ ਵਾਲਾ ਦਾਤਾਰ ਇੱਕੋ ਹੀ ਆ। ਉਹ ਮਹਾਂਪੁਰਖ ਨੂੰ ਵੀ ਉਸ ਅਕਾਲ ਪੁਰਖ ਨੇ ਗਿਆਨ ਬਖਸ਼ਿਸ਼ ਕੀਤਾ, ਤੇ ਮਹਾਂਪੁਰਖ ਦੀ ਵੀ ਡਿਊਟੀ ਬਣਦੀ ਆ, ਸੰਤ ਦੀ ਵੀ ਡਿਊਟੀ ਬਣਦੀ ਆ ਵੀ ਉਸ ਗਿਆਨ ਨੂੰ ਅੱਗੇ ਵਰਤਾ ਤੇ ਕਦੀ ਜਤਾਈ ਨਾ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਜਿਹੜਾ ਬ੍ਰਹਮ ਗਿਆਨੀ ਆ, ਆਪਣੇ ਆਪ ਨੂੰ ਸਾਰਿਆਂ ਦੀ ਰੀਨਾ ਭਾਵ ਚਰਨ ਧੂੜ ਮੰਨਦਾ, ਤੇ ਆਪਣੇ ਆਤਮਾ ਦੇ ਵਿੱਚ, ਮਨ ਦੇ ਵਿੱਚ ਉਸ ਵਾਹਿਗੁਰੂ ਦੇ ਪਰਮੇਸ਼ਰ ਦੇ ਰਸ ਨੂੰ ਮਾਨਦਾ, ਕਦੀ ਨਹੀਂ ਜਤਾਉਂਦਾ ਵੀ ਮੈਂ ਬ੍ਰਹਮ ਗਿਆਨੀ।
ਤੇ ਮੈਨੂੰ ਬ੍ਰਹਮ ਦਾ ਗਿਆਨ ਹੋ ਗਿਆ। ਤੇਰੀ ਟੇਕ ਤੇਰਾ ਆਧਾਰ, ਮੇਰੇ ਮਾਲਕਾ ਤੁਹਾਡਾ ਹੀ ਮੈਨੂੰ ਆਸਰਾ ਹੈ, ਤੁਸੀਂ ਮੇਰੇ ਜੀਵਨ ਦਾ ਆਧਾਰ ਹੋ। ਰਹਾਓ ਹੈ ਤੂੰ ਹੈ, ਹੁਣ ਵੀ ਤੂੰ ਆ, ਤੂੰ ਹੋਵਨਹਾਰ। ਜਦੋਂ ਦੁਨੀਆ ਮੁੱਕ ਜਾਣੀ ਹੈ ਤਾਂ ਵੀ ਤੁਸੀਂ ਆਪ ਹੀ ਹੋਣਾ। ਅਗਮ ਅਗਾਧ ਊਚ ਅਪਾਰ, ਇਸ ਗੱਲ ਨੂੰ ਸਾਧ ਸੰਗਤ ਜੀ ਸਮਝਣਾ ਸੌਖੀ ਗੱਲ ਨਹੀਂ। ਅਗਮ, ਅਗਮ ਭਾਵ ਇੰਦਰੀਆਂ ਦੀ ਪਹੁੰਚ ਤੋਂ ਪਰੇ। ਅਗਾਧ, ਅਗਾਧ ਭਾਵ ਜਿਹੜਾ ਸਮਝ ਤੋਂ ਬਾਹਰ ਹੋਏ। ਊਚ ਅਪਾਰ, ਮੇਰੇ ਮਾਲਕਾ ਤੂੰ ਅਪਾਰ ਹੈ, ਤੇਰਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਤੂੰ ਕਿੰਨਾ ਵੱਡਾ ਹੈ, ਕਿੰਨੀ ਵੱਡੀ ਤੇਰੀ ਸਮਝ ਹੈ, ਕਿੰਨੀ ਸ਼ਕਤੀ ਹੈ, ਕੋਈ ਅੰਦਾਜ਼ਾ ਹੀ ਲਾ ਸਕਦਾ ਪਰ ਪਾਰ ਨਹੀਂ ਪਾ ਸਕਦਾ। ਹੁਣ ਇਹ ਜਿਹੜੀ ਗੱਲ ਪੱਲੇ ਬੰਨ੍ਹ ਲਿਓ। ਕਿੰਨੀ ਦੁਨੀਆ ਦੁਖੀ ਅੱਜ, ਕਿਸੇ ਕੋਲ ਪੈਸਾ ਨਹੀਂ, ਕਿਸੇ ਕੋਲ ਜੌਬ ਨਹੀਂ, ਕਿਸੇ ਦੇ ਪਰਿਵਾਰ ਦੇ ਵਿੱਚ ਕਲੇਸ਼ ਮਚਿਆ ਹੋਇਆ, ਕਿਸੇ ਦਾ ਵਿਆਹ ਨਹੀਂ ਹੁੰਦਾ, ਕਿਸੇ ਦਾ ਵਿਆਹ ਹੋਇਆ ਤੇ ਬੱਚੇ ਤੰਗ ਕਰਦੇ ਆ, ਕਿਸੇ ਦੇ ਘਰ ਦੇ ਵਿੱਚੋਂ ਬਿਮਾਰੀ ਨਹੀਂ ਨਿਕਲਦੀ, ਦੁੱਖਾਂ ਦਾ ਡੇਰਾ ਲੱਗਾ ਹੋਇਆ। ਮਹਾਰਾਜ ਕਹਿੰਦੇ ਭਈ ਇਹ ਕੰਮ ਕਰਿਓ ਗੁਰਮੁਖ ਪਿਆਰਿਓ, ਜੇ ਸੁਖ ਚਾਹੁੰਦੇ ਹੋ। ਜੋ ਤੁਧ ਸੇਵੈ ਤਿਨ ਭੋ ਦੁੱਖ ਨਾਹੀਂ, ਜਿਹੜੇ ਤੇਰੀ ਸੇਵਾ ਕਰਨਗੇ ਉਹਨਾਂ ਦੇ ਜੀਵਨ ਦੇ ਵਿੱਚ ਨਾ ਕੋਈ ਡਰ ਤੇ ਨਾ ਦੁੱਖ ਹੋਏਗਾ। ਵਾਹਿਗੁਰੂ ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਪਰ ਮਹਾਰਾਜ ਨੇ ਇਹ ਗੱਲ ਸਪਸ਼ਟ ਕੀਤੀ ਹੈ, ਤੇਰੀ ਸੇਵਾ, ਤੇਰੇ ਗੁਣ ਗਾਉਣੇ ਉਹ ਵੀ ਤੇਰੀ ਕਿਰਪਾ ਨਾਲ ਹੀ ਹੁੰਦੇ ਨੇ। ਸਾਧ ਸੰਗਤ ਜੀ ਕਿੰਨਾ ਪਰਹੇਜ਼ ਕਰਨਾ ਪੈਂਦਾ। ਡਾਕਟਰ ਕੋਲੋਂ ਦਵਾਈ ਲੈਂਦੇ ਆ ਤੁਸੀਂ ਜਾ ਕੇ, ਡਾਕਟਰ ਦਵਾਈ ਦਿੰਦਾ ਫਿਰ ਨਾਲ ਪਰਹੇਜ਼ ਦੱਸਦਾ। ਜਿਨ੍ਹਾਂ ਨੂੰ ਲੀਵਰ ਦੀ ਬਿਮਾਰੀ ਹੁੰਦੀ ਹੈ ਨਾ, ਫਿਰ ਡਾਕਟਰ ਕਹਿੰਦਾ ਨਾ ਭਾਈ ਸਿਗਰਟ ਪੀ, ਨਾ ਸ਼ਰਾਬ ਨੂੰ ਹੱਥ ਲਾਈ। ਗੁਰੂ ਨੇ ਸਾਰੀ ਉਮਰ ਕਿਹਾ ਵੀ ਸ਼ਰਾਬ ਨਾ ਪੀਵੀਂ ਭਾਈ, ਪਰ ਜਦੋਂ ਡਾਕਟਰ ਦਿੰਦਾ ਨਾ ਲਾਸਟ ਵਾਰਨਿੰਗ, ਭਾਈ ਤੇਰੇ 3 ਮਹੀਨੇ ਰਹਿ ਗਏ ਹੁਣ। ਲੋਕੀ ਡਾਕਟਰ ਨੂੰ ਜ਼ਿਆਦਾ ਮੰਨਦੇ ਆ, ਗੁਰੂ ਨੂੰ ਘੱਟ ਮੰਨਦੇ ਆ। ਗੱਲ ਪੱਲੇ ਬੰਨ੍ਹ ਲਿਓ। ਗੁਰੂ ਨੇ ਲੋਕ ਤੇ ਪਰਲੋਕ 'ਚ ਸਹਾਈ ਹੋਣਾ ਸੀ ਤੇ ਸਹਾਈ ਹੁੰਦੇ ਨੇ, ਪਰ ਲੋਕ ਦੀ ਭਲਾਈ ਵਾਸਤੇ ਆਪਣਾ ਜੀਵਨ ਲੰਬਾ ਹੋ ਜੇ, ਡਾਕਟਰ ਦੀ ਗੱਲ ਮੰਨਦੇ ਆ। ਪਰ ਗੁਰੂ ਮਹਾਰਾਜ ਕਹਿੰਦੇ ਮੈਂ ਤੈਨੂੰ ਅਮਰ ਕਰ ਦਿਆਂਗਾ, ਤੈਨੂੰ ਜਨਮ ਮਰਨ ਤੋਂ ਮੁਕਤ ਕਰ ਦਿਆਂਗਾ, ਤੂੰ ਮੇਰੀ ਗੱਲ ਮੰਨ। ਗੁਰੂ ਦੀ ਗੱਲ ਨਹੀਂ ਮੰਨੀ। ਇੱਥੇ ਦੁਨੀਆ ਖੜੀ ਹੈ, ਇਹਨੂੰ ਕਹਿੰਦੇ ਕਲਯੁਗ ਦਾ ਪਹਿਰਾ। ਇੰਨਾ ਕਲਯੁਗ ਦਾ ਜ਼ੋਰ ਹੈ ਭਈ ਇਨਸਾਨ ਸਭ ਕੁਝ ਜਾਣਦੇ ਹੋਏ ਵੀ ਹੱਥ ਵਿੱਚ ਦੀਵਾ ਹੁੰਦਾ ਫਿਰ ਖੂਹ ਦੇ ਵਿੱਚ ਡਿੱਗਦਾ ਜਾ ਕੇ। ਕਬੀਰ ਸਾਹਿਬ ਕਹਿੰਦੇ ਹਾਥ ਦੀਪ ਕੂਏ ਪਰੇ, ਦੀਪਕ ਹੱਥ ਦੇ ਵਿੱਚ ਫਿਰ ਖੂਹ 'ਚ ਡਿੱਗਿਆ ਪਿਆ। ਸੋ ਮਹਾਰਾਜ ਫਰਮਾਉਂਦੇ ਹਨ ਜਿਹੜੇ ਤੈਨੂੰ ਸਿਮਰਦੇ ਨੇ, ਤੇਰੇ ਗੁਣ ਗਾਉਂਦੇ ਨੇ, ਉਸਤਤ ਨਿੰਦਿਆ ਚੁਗਲੀ ਤੋਂ ਬਚਦੇ ਨੇ, ਧੋਖੇ ਫਰੇਬ ਤੋਂ ਬਚਦੇ ਆ, ਗੁਰੂ ਮਹਾਰਾਜ ਦਾ ਹੁਕਮ ਮੰਨਦੇ ਆ, ਉਹਨਾਂ ਦੇ ਜੀਵਨ ਦੇ ਵਿੱਚ ਕਦੀ ਵੀ ਦੁੱਖ ਤੇ ਭੋ ਨਹੀਂ ਹੋਏਗਾ। ਜੋ ਦਿਸੈ ਸੋ ਤੇਰਾ ਰੂਪ, ਜੋ ਮਾਲਕਾ ਦਿਸਦਾ ਉਹ ਤੁਹਾਡਾ ਰੂਪ ਹੀ ਹੈ। ਹੁਣ ਖੇਡ ਨਜ਼ਰ ਆ ਗਈ। ਗੁਰ ਪ੍ਰਸਾਦੀ ਚਲਤ ਹੋਵਾ ਤਾਂ ਚਲਤ ਨਦਰੀ ਆਇਆ। ਚਲਤ ਮੈਨੇ ਡਰਾਮਾ, ਇਹ ਦੁਨੀਆ ਦਾ ਡਰਾਮਾ ਸਮਝ ਆ ਗਿਆ। ਸਭ ਕੁਝ ਤੁਹਾਡਾ ਰੂਪ ਹੈ ਮਾਲਕਾ। ਕਿਤੇ ਭਿਖਾਰੀ ਬਣ ਕੇ ਬੈਠੇ ਹੋ, ਕਿਤੇ ਰਾਜਾ ਬਣ ਕੇ ਬੈਠੇ ਹੋ, ਕਮਾਲ ਦੀ ਚੀਜ਼। ਕਿਤੇ ਪੰਛੀ ਬਣ ਕੇ ਉਡਾਰੀ ਮਾਰਦੇ ਹੋ, ਕਿਤੇ ਮੱਛੀ ਬਣ ਕੇ ਪਾਣੀ ਦੇ ਵਿੱਚ ਤਰਦੇ ਹੋ। ਆਪੇ ਮਾਛੀ ਮਾਛਲੀ, ਆਪੇ ਪਾਣੀ ਜਾਲ। ਮੇਰੇ ਮਾਲਕਾ ਸਾਰੀ ਤੁਹਾਡੀ ਖੇਡ। ਸਿਮਰ 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 ਜਨ ਸੋਏ। ਸਿਮਰ ਸਿਮਰ ਕੇ ਜਿਹੜੇ ਜਨ ਨੇ, ਤੁਹਾਡੇ ਦਾਸ ਨੇ, ਸੋਏ ਮੇਰੇ ਉਹਨਾਂ ਨੂੰ ਸ਼ੋਭਾ ਪ੍ਰਾਪਤ ਹੁੰਦੀ।
ਨਾਨਕ ਕਰਮ ਪ੍ਰਾਪਤ ਹੋਏ, ਪਰ ਹਰ ਇੱਕ ਦੇ ਕਰਮਾਂ ਦੇ ਵਿੱਚ ਇਹ ਸ਼ੋਭਾ ਨਹੀਂ ਹੁੰਦੀ। ਸਿਰਫ ਉਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਏ, ਜਿਨ੍ਹਾਂ ਦਾ ਭਰੋਸਾ ਹੋਏ, ਜਿਨ੍ਹਾਂ ਦੇ ਹਿਰਦੇ ਵਿੱਚ ਨਿਮਰਤਾ ਹੋਏ, ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਜਿਨ ਜਪਿਆ ਤਿਸ ਕੋ ਬਲਿਹਾਰ, ਜਿਨ੍ਹਾਂ ਨੇ ਮਾਲਕਾ ਤੁਹਾਡਾ ਨਾਮ ਜਪਿਆ, ਤੁਹਾਡੀ ਸੇਵਾ ਕੀਤੀ ਹੈ, ਮੈਂ ਬਲਿਹਾਰ ਜਾਣਾ। ਤਿਸ ਕੈ ਸੰਗ ਤਰੇ ਸੰਸਾਰ, ਉਹਨਾਂ ਦੇ ਨਾਲ ਸੰਸਾਰ ਵੀ ਤਰ ਜਾਂਦਾ। ਅੱਜ ਕੱਲ੍ਹ ਦੇ ਜਿਹੜੇ ਸਾਧ ਸੰਗਤ ਜੀ, ਜਿਹੜੇ ਲੋਕ ਹੈ ਨਾ, ਥੋੜ੍ਹੀ ਭਗਤੀ ਕਰਕੇ ਜਦੋਂ ਸ਼ਕਤੀਆਂ ਆਉਂਦੀਆਂ, ਉਹ ਕਹਿੰਦੇ ਵੀ ਆ ਜਾਓ, ਹੁਣ ਸਾਡਾ ਡੇਰਾ ਖੁੱਲ੍ਹ ਗਿਆ, ਸਾਡੇ ਡੇਰੇ 'ਚ ਆਓ। ਫਿਰ ਡੇਰੇ ਦੇ ਵਿੱਚ ਉਹ ਕੁਕਰਮ ਹੁੰਦੇ ਨੇ, ਉਹ ਪਖੰਡ ਹੁੰਦੇ ਨੇ, ਕਹਿਣ ਦੀ ਗੱਲ ਨਹੀਂ। ਦੁਨੀਆ ਦੇ ਵਿੱਚ ਇੰਨੀ ਸ਼ੋਭਾ ਹੁੰਦੀ ਵੀ ਬੜਾ ਵੱਡਾ ਪ੍ਰਚਾਰਕ ਆਇਆ, ਪਰ ਪਰਦੇ ਦੇ ਪਿੱਛੇ ਕੀ ਹੁੰਦਾ? ਸਾਰੀ ਮਨਮਤ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਜਿਨ੍ਹਾਂ ਨੇ ਜਪਿਆ ਮੈਂ ਬਲਿਹਾਰ ਜਾਣਾ, ਉਹਨਾਂ ਦੇ ਨਾਲ ਸੰਸਾਰ ਵੀ ਤਰ ਜਾਂਦਾ ਹੈ। ਭਈ ਇੱਕ ਨਿਸ਼ਾਨੀ ਆਪਣੇ ਪੱਲੇ ਬੰਨ੍ਹ ਲਓ ਕਿ ਸੱਚਾ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਗੁਰਮੁਖ ਉਹ ਆ ਜਿਹੜਾ ਤੁਹਾਨੂੰ ਕਹੇ ਭਈ ਉਸ ਨਿਰੰਕਾਰ ਦੀ ਸੇਵਾ ਕਰੀ, ਆਕਾਰ ਰਹਿਤ ਪਰਮਾਤਮਾ ਦੇ ਨਾਲ ਜੁੜ ਪਾਈ, ਗੁਰਦੁਆਰੇ ਸੇਵਾ ਕਰਿਆ ਕਰ, ਸੰਗਤ ਦੇ ਜੋੜੇ ਝਾੜਿਆ ਕਰ, ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰ। ਜਿਹੜਾ ਤੁਹਾਨੂੰ ਕਹੇ ਵੀ ਤੂੰ ਮੇਰੇ ਡੇਰੇ 'ਚ ਆ ਜਾ ਜਾਂ ਮੇਰੇ ਘਰ ਆ ਜੀ, ਉਹਨੂੰ ਹੱਥ ਜੋੜ ਦਿਆ ਕਰੋ। ਨਹੀਂ ਭਾਈ, ਮੈਨੂੰ ਕਿਤੇ ਜਾਣ ਦੀ ਲੋੜ ਨਹੀਂ, ਸਭ ਕੁਝ ਮੈਨੂੰ ਗੁਰੂ ਤੋਂ ਪ੍ਰਾਪਤ ਹੁੰਦਾ। ਤਾਂ ਤੁਸੀਂ ਬਚਣਾ। ਜੋ ਪ੍ਰੋਬਲਮਸ ਨੇ, ਜੋ ਸਮੱਸਿਆਵਾਂ ਨੇ ਅੱਜ, ਇਹੀ ਨੇ ਵੀ ਡੇਰੇ ਬਹੁਤ ਨੇ ਤੇ ਜੱਥੇ ਬਹੁਤ ਨੇ, ਕੋਈ ਨਿਰੰਕਾਰ ਨਾਲ ਨਹੀਂ ਜੁੜਿਆ। ਸਾਰੇ ਆਪਣੇ ਜਿਹੜੇ ਆਗੂ ਸੀ ਉਹਨਾਂ ਨਾਲ ਜੁੜੇ ਹੋਏ ਨੇ। ਹੁਣ ਇੱਕ ਆਗੂ ਦੀ ਨਿੰਦਾ ਦੂਜਾ ਜੱਥਾ ਕਰਦਾ, ਫਿਰ ਝਗੜੇ ਸ਼ੁਰੂ ਹੋ ਜਾਂਦੇ ਨੇ। ਗੱਲ ਤਾਂ ਇੱਥੇ ਹੀ ਹੈ ਨਾ। ਇੱਕ ਆਗੂ ਦਾ ਜਨਮ ਦਿਵਸ ਮਨਾ ਲਓ ਤੇ ਜਿਹੜੇ ਦੂਜੇ ਜੱਥੇ ਦੇ ਨੇ ਉਹ ਆਉਂਦੇ ਹੀ ਨਹੀਂ। ਗੁਰੂ ਨਾਲ ਤੇ ਕੋਈ ਜੁੜਦਾ ਹੀ ਨਹੀਂ, ਜੁੜਦੇ ਸਾਰੇ ਆਗੂਆਂ ਨਾਲ। ਸਾਰੀ ਮੁਸੀਬਤ ਇਹੀ ਹੈ ਅੱਜ ਪੰਥ ਦੇ ਵਿੱਚ ਵੀ ਸਾਰੇ ਬੰਦਿਆਂ ਦੇ ਨਾਲ ਜੁੜੇ ਹੋਏ ਆ, ਦੇਖਦੇ ਨਹੀਂ, ਕਦੀ ਧਿਆਨ ਨਹੀਂ ਕਰਦੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ। ਗੁਰੂ ਨਾਲ ਜੁੜਨਾ। ਕੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾਂ ਕੀ ਬਾਂਛੋ ਧੂਰ। ਮੇਰੇ ਮਾਲਕਾ, ਮੈਂ ਅਰਦਾਸ ਕਰਦਾ ਮੇਰੀਆਂ ਲੋਚਾਂ ਪੂਰੀਆਂ ਕਰੋ ਵੀ ਮੈਂ ਸੰਤਾਂ ਦੀ ਧੂੜ, ਭਾਵ ਗਿਆਨ, ਯਾਦ ਰੱਖਿਓ, ਪੈਰਾਂ ਦੇ ਵਿੱਚੋਂ ਧੂੜ ਲੈ ਲੈ ਕੇ ਆਪਣੇ ਮੱਥੇ ਨਾਲ ਲਾਉਣ ਲੱਗ ਪਿਆ ਕਰੋ। ਧੂੜ ਦਾ ਮਤਲਬ ਹੈ ਨਿਮਰਤਾ ਦੇ ਨਾਲ ਸਾਧ ਸੰਗਤ ਦੇ ਵਿੱਚ ਰਹਿ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ, ਸੇਵਾ ਕਰਨੀ ਸਾਰਿਆਂ ਦੀ, ਨਿਮਰਤਾ ਦੇ ਵਿੱਚ ਰਹਿ ਕੇ, ਭਾਵ ਧੂੜ ਦੇ ਵਿੱਚ ਰਹਿ ਕੇ, ਨੀਵਾਂ ਰਹਿ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ। ਹੁਣ ਕਈ ਜਿਹੜੇ ਆ ਉਹ ਜੁੱਤੀਆਂ ਦੇ ਥੱਲਿਓਂ ਮਿੱਟੀ ਘੱਟਾ ਆਪਣੇ ਮੱਥੇ ਲਾਈ ਜਾਂਦੇ ਆ। ਚਲੋ ਕਰੋ, ਜੇ ਨਿਮਰਤਾ ਦਿਖਾਣੀ ਹੈ ਦਿਖਾਓ, ਪਰ ਫਿਰ ਆ ਕੇ ਝਗੜਾ ਸ਼ੁਰੂ ਕਰ ਲੈਣਗੇ, ਕਿਸੇ ਦੀ ਚੁਗਲੀ ਕਰਨੀ ਸ਼ੁਰੂ ਕਰ ਦੇਣਗੇ, ਡਾਂਗ ਲੈ ਕੇ ਭੱਜੇ ਫਿਰਦੇ ਗੁਰਦੁਆਰੇ ਦੇ ਵਿੱਚ। ਨਿਮਰਤਾ ਦਾ ਭਾਵ, ਚਰਨ ਧੂੜ ਦਾ ਭਾਵ ਵੀ ਆਪਣੇ ਆਪ ਨੂੰ ਨੀਵਾਂ ਜਤਾਉਣਾ। ਜਿੱਥੇ ਨੀਵਾਂ ਹੋਏਗਾ ਇਨਸਾਨ, ਉੱਥੇ ਹੀ ਗੁਰੂ ਦੀ ਬਖਸ਼ਿਸ਼ ਹੋਏਗੀ। ਸੋ ਗੁਰੂ ਮਹਾਰਾਜ ਕਿਰਪਾ ਕਰਦੇ ਹਨ। ਕੁਝ ਸਮਾਂ ਅਸੀਂ ਪਿਆਰ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਕਰਨਾ ਹੈ। ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਪਿਆਰ ਦੇ ਨਾਲ ਸ਼ਰਵਣ ਕਰਨਾ ਜੀ ਦਾਸ ਖਿਮਾ ਦਾ ਜਾਚਕ ਹੈ। Today's ਹੁਕਮਨਾਮਾ is blessing from Sachkhand Shri Harmandir Sahib. ਧੰਨ ਧੰਨ ਗੁਰੂ ਅਰਜਨ ਦੇਵ ਜੀ Maharaj has composed today's ਹੁਕਮਨਾਮਾ in Rag Talang. Rag Talang creates the mellow and pleasing mood. It's a beautiful melody. The purpose of melody
of the water. Why there is steam? Answer to every why is why. Answer to every why is it's all happening in Vaheguru's hukam. Vaheguru has made the hukam, made the law that when you heat up the water at 100 degrees Celsius, water will boil and you will get the steam. So Guru Maharaj is inspiring us to have faith in Vaheguru. Today's message: if you want to be fearless, if you want to be pain-free and trouble-free, serve that Almighty Lord. Guru Maharaj reveals, Jo tud sev hai, tin bhau dukh nahi. Those who will serve you, Almighty Lord, O Supreme Lord, they will never have suffering in their life. They will become one with you. And there will be no fear, because you are fearless. O Abanasi Raya, Nirpo Sang Tumare Baste, e Daran kahan te aaya. If you are in friend with Vaheguru, who is fearless, you don't have to fear. Vaheguru is your sport. So that's the key message. But how do we serve Vaheguru? By following Guru's hukam. Simple example. There was a person who is only 35-year-old, went to the doctor because he had liver problem. Doctor told that person, you are drinking too much alcohol. Unless you give up alcohol, you will die within 1 year. That person stopped drinking. But Guru Maharaj is saying you right from the birth, do not abuse your body. Don't put filthy stuff in your body. But you don't listen to the Guru. Just to elongate your life by another 5 years or 10 years or 20 years or 30 years, you listen to the doctor. You need to have faith in your Guru. And Guru Maharaj says, I will liberate you and I'll make you eternal. You will always abide in peace. Sada anand rahe din rati, gunvantiyan pachar, provided you remain humble, feet dust of everyone. Those people who have knowledge of Gurbani, gunvantiyan pachar, pachar means feet dust. You remain humble. Always have faith in Guru, practice Guru's teaching 100%, and you will remain in bliss all the time. So Satsanga ji, have a great day. This should be our prayer all the time. Tina pyarya mel, jina milya tera naam chit ave. Help me to meet those Gurmukhs, those Mahapurukhs, those saints. By meeting those, I remember the formless Vaheguru. So Satsanga ji, Pullan Chukkan di maafi. Have a great day. प्यार ना फतेह सांझी करनी। वाहिगुरु जी का खालसा, वाहिगुरु जी की फतेह।